ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਧਿਰਾਂ ਵੱਲੋਂ ਕੇਂਦਰੀ ਪ੍ਰਸਤਾਵ ਰੱਦ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਸਰ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਜਿਹੜਾ ਹੈਗਾ ਨਿੱਤ ਭਖਦਾ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਕਿਸਾਨ ਜਥੇਬੰਦੀਆਂ ਮੀਟਿੰਗ ਕਰਕੇ ਕਿਸਾਨਾਂ ਦੇ ਮਨਾਂ ਦੀ ਗੱਲ ਤਾਂ ਜਾਣਨ ਦੀ ਕੋਸ਼ਿਸ਼ ਵਾਰ-ਵਾਰ ਕੀਤੀ ਜਾ ਰਹੀ ਸੀ, ਪਰ ਕੇਂਦਰ ਸਰਕਾਰ ਦੇ ਮਨ 'ਚ ਕੀ ਹੈ ਉਹ ਖੁੱਲ੍ਹ ਕੇ ਸਾਹਮਣੇ ਨਹੀਂ ਆ ਪਾ ਰਿਹਾ ਸੀ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਕੇਂਦਰ ਸਰਕਾਰ ਵੱਲੋਂ ਪ੍ਰਪੋਜ਼ਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੂੰ ਦਿੱਤੀ ਹੈ। ਅਸੀਂ ਜਾਣਨਾ ਚਾਹਾਂਗੇ ਉਹ ਪ੍ਰਪੋਜ਼ਲ 'ਚ ਕੀ ਸੀਗਾ ਤੇ ਉਸ ਪ੍ਰਪੋਜ਼ਲ 'ਤੇ ਕਿਸਾਨ ਜਥੇਬੰਦੀਆਂ ਦਾ ਕੀ ਸਟੈਂਡ ਰਿਹਾ। ਗੱਲ ਇਹ ਹੈ ਕਿ 1 ਅਕਤੂਬਰ ਤੋਂ ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਘੋਲ ਸ਼ੁਰੂ ਹੋਇਆ ਸੀ, ਹੁਣ ਇਸ ਵੇਲੇ ਜਿਹੜਾ ਹੈਗਾ ਫੈਸਲਾਕੁਨ ਮੋੜ 'ਤੇ ਜਾਂ ਪੜਾਅ 'ਤੇ ਪਹੁੰਚ ਗਿਆ ਹੈ। ਤਾਂ ਤਕਰੀਬਨ 70 ਦਿਨਾਂ ਦਾ ਸਫ਼ਰ ਹੈ ਜਿਹੜਾ ਇਹ ਕਿਸਾਨੀ ਘੋਲ ਨੇ ਉਹ ਤੈਅ ਕਰ ਲਿਆ ਹੈਗਾ। ਅਤੇ ਇਹਨਾਂ 70 ਦਿਨਾਂ ਬਾਅਦ ਜਿਹੜੀ ਸਾਡੀ ਭਾਰਤ ਸਰਕਾਰ ਹੈ ਉਹਨੇ ਆਪਣੀ ਮਨ ਦੀ ਜਿਹੜੀ ਕੁੰਡੀ ਹੈ ਉਹ ਇੰਨੇ ਟਾਈਮ ਬਾਅਦ ਖੋਲ੍ਹੀ ਹੈ, ਪਰ ਜਿਹੜੀ ਕਿਸਾਨੀ ਘੋਲ ਦੀ ਜਿਹੜੀ ਗੱਠ ਹੈ ਉਹ ਹਾਲੇ ਵੀ ਉਵੇਂ ਹੀ ਬਰਕਰਾਰ ਬਣੀ ਹੋਈ ਹੈ। ਪਰ ਇੰਨਾ ਸ਼ੁਕਰ ਹੈ ਕਿ ਸੈਂਟਰ ਗੌਰਮੈਂਟ ਨੇ ਇਸ ਕਿਸਾਨੀ ਦਬਾਅ ਤੋਂ ਮਗਰੋਂ ਪਹਿਲੀ ਵਾਰ ਅੱਜ ਇਹ ਗੱਲ ਕਬੂਲ ਕੀਤੀ ਹੈ ਕਿ ਜਿਹੜੇ ਸਾਡੇ ਖੇਤੀ ਕਾਨੂੰਨ ਬਣਾਏ ਹੋਏ ਸੀ, ਜਿਨ੍ਹਾਂ ਨੂੰ ਲੈ ਕੇ ਇਹ ਕਿਸਾਨਾਂ ਨੇ ਆਪਣਾ ਰੌਲਾ ਪਾਉਣਾ ਸ਼ੁਰੂ ਕੀਤਾ ਸੀਗਾ, ਮੈਦਾਨ 'ਚ ਕੁੱਦੇ ਸੀਗੇ, ਤਾਂ ਪਹਿਲੀ ਵਾਰ ਸੈਂਟਰ ਗੌਰਮੈਂਟ ਨੇ ਇਹ ਗੱਲ ਐਡਮਿਟ ਕੀਤੀ ਹੈ ਕਿ ਉਹਨਾਂ ਦੇ ਕਾਨੂੰਨਾਂ ਦੇ ਵਿੱਚ ਕਾਫੀ ਫਲਾਅ ਨੇ, ਕਿ ਇਹਨਾਂ ਨੂੰ ਕਿਤੇ ਨਾ ਕਿਤੇ ਸੋਧੇ ਜਾਣ ਦੀ ਜ਼ਰੂਰਤ ਹੈ। ਇਹ ਪਹਿਲੀ ਵਾਰ ਇੱਦਾਂ ਹੋਇਆ। ਇਸ ਕਿਸਾਨੀ ਘੋਲ ਦਾ ਜਿਹੜਾ 70 ਦਿਨ ਦਾ ਸਫ਼ਰ ਹੈ ਉਹਦੇ ਵਿੱਚ ਕਿਸਾਨਾਂ ਨੇ ਜਿਹੜਾ ਸੈਂਟਰ ਗੌਰਮੈਂਟ ਦਾ ਕਾਫੀ ਜਿਹੜਾ ਵਹਿਮ ਵੀ ਤੋੜਿਆ ਹੈਗਾ, ਅਤੇ ਜਿਹੜਾ ਉਹਨਾਂ ਦਾ ਭਰਮ ਹੈ ਉਹ ਵੀ ਤੋੜਿਆ ਹੈ, ਅਤੇ ਜਿੱਥੋਂ ਤੱਕ ਕੁਝ ਮਿੱਥਾਂ ਬਣੀਆਂ ਹੋਈਆਂ ਸੀ ਪੰਜਾਬੀਆਂ ਬਾਰੇ ਉਹਨਾਂ ਮਿੱਥਾਂ ਨੂੰ ਵੀ ਤੋੜਿਆ ਹੈ। ਅਤੇ ਜਿਹੜੀ ਹੱਠ ਹੈ ਸੈਂਟਰ ਗੌਰਮੈਂਟ ਦੀ ਜਾਂ ਉਹਦਾ ਹੰਕਾਰ ਹੈ ਉਹ ਹਜੇ ਤੋੜਨਾ ਬਾਕੀ ਹੈ। ਜਿਸ ਤਰ੍ਹਾਂ ਦੀ ਡਿਵੈਲਪਮੈਂਟ ਅੱਜ ਹੋਈ ਹੈ, ਕੱਲ੍ਹ ਅਮਿਤ ਸ਼ਾਹ ਹੋਰਾਂ ਨੇ ਇੱਕ ਗੈਰ ਰਸਮੀ ਮੀਟਿੰਗ ਹੈ ਜਿਹੜੀ ਕਿਸਾਨ ਧਿਰਾਂ ਨਾਲ ਕੀਤੀ ਸੀ, ਉਸ ਤੋਂ ਬਾਅਦ ਅੱਜ 12 ਵਜੇ ਦੇ ਕਰੀਬ ਸੈਂਟਰ ਗੌਰਮੈਂਟ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਪ੍ਰਪੋਜ਼ਲ ਹੈ ਜਿਹੜੀ ਉਹ ਕਿਸਾਨ ਧਿਰਾਂ ਕੋਲ ਪਹੁੰਚਦੀ ਕੀਤੀ ਸੀਗੀ। ਪਹਿਲਾਂ ਉਹਦੇ ਵਿੱਚ ਜਿਹੜੀਆਂ ਪੰਜਾਬ ਦੀਆਂ 32 ਕਿਸਾਨ ਧਿਰਾਂ ਨੇ ਉਹਨਾਂ ਨੇ ਉਸ ਨੂੰ ਰੀਡ ਕੀਤਾ, ਮੀਟਿੰਗ ਹੋਈ, ਉਸ ਤੋਂ ਬਾਅਦ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਆਲ ਇੰਡੀਆ ਲੈਵਲ 'ਤੇ ਉਹਦੇ ਵਿੱਚ ਇਹ ਸਾਰਾ ਵਿਚਾਰ ਵਟਾਂਦਰਾ ਇਹਨਾਂ ਪ੍ਰਪੋਜ਼ਲਾਂ ਨੂੰ ਲੈ ਕੇ ਹੋਇਆ। ਆਪਾਂ ਇਹਦੀ 2 ਪਾਰਟ ਦੇ ਵਿੱਚ ਗੱਲ ਕਰਨੀ ਚਾਹਾਂਗੇ। ਪਹਿਲੀ ਤਾਂ ਇਹ ਹੈਗੀ ਹੈ ਕਿ ਉਹ ਪ੍ਰਪੋਜ਼ਲ ਕੀ ਹੈਗੀ ਹੈ ਸੈਂਟਰ ਗੌਰਮੈਂਟ ਨੇ ਜਿਹੜੀ ਦਿੱਤੀ ਹੈਗੀ ਹੈ। ਉਹਦੇ ਵਿੱਚ ਮੋਟੇ ਤੌਰ 'ਤੇ 5-6 ਨੁਕਤੇ ਉਭਾਰੇ ਗਏ ਨੇ। ਪਹਿਲਾਂ ਤਾਂ ਉਹਨਾਂ ਨੇ ਇਹੀ ਜਸਟੀਫਾਈ ਕੀਤਾ ਹੈ ਕੰਸਟੀਟਿਊਸ਼ਨਲੀ ਕਿ ਇਹ ਚਾਹੇ ਸਟੇਟ ਦਾ ਸਬਜੈਕਟ ਹੈ, ਪਰ ਸਾਡੇ ਕੋਲ ਆਹ ਮੱਦਾਂ ਦੇ ਤਹਿਤ ਅਸੀਂ ਇਹਨੂੰ ਅਮੈਂਡ ਕਰਨ ਦਾ ਜਿਹੜਾ ਅਧਿਕਾਰ ਹੈ ਉਹ ਰੱਖਦੇ ਹਾਂ। ਮਤਲਬ ਆਪਣੇ ਸਟੈਪ ਨੂੰ ਉਹਨਾਂ ਨੇ ਜਾਇਜ਼ ਠਹਿਰਾਇਆ ਹੈਗਾ। ਤਾਂ ਉਹਨਾਂ ਨੇ ਇੱਕ ਗੱਲ ਤਾਂ ਇਹ ਕਹੀ ਹੈ ਕਿ ਜਿਹੜਾ ਸਭ ਤੋਂ ਵੱਡਾ ਰੌਲਾ ਪੈ ਰਿਹਾ ਸੀ ਜਿਸ ਗੱਲ ਦਾ, ਉਹ ਸੀਗੀ ਕਿ ਜਿਹੜੀ ਜਿਨਸਾਂ ਦੀ ਜਿਹੜੀ ਸਰਕਾਰੀ ਭਾਅ 'ਤੇ ਖਰੀਦ ਕਰਨ ਦਾ ਮਸਲਾ ਸੀ, MSP ਦਾ ਮਾਮਲਾ ਸੀ। ਉਹਦੇ ਵਿੱਚ ਸੈਂਟਰ ਨੇ ਕਿਹਾ ਆਪਣੀ ਪ੍ਰਪੋਜ਼ਲ ਜਿਹੜੀ ਅੱਜ ਪੇਸ਼ ਕੀਤੀ ਹੈਗੀ ਹੈ ਕਿ ਉਹ MSP ਹੈ ਜਿਹੜੀ ਉਹ ਜਾਰੀ ਰਹੇਗੀ, ਔਰ ਅਸੀਂ ਕਿਸਾਨਾਂ ਨੂੰ, ਕਿਸਾਨ ਧਿਰਾਂ ਨੂੰ ਇਹਦੀ ਲਿਖਤੀ ਗਰੰਟੀ ਦੇਣ ਨੂੰ ਤਿਆਰ ਹਾਂ। ਦੂਸਰਾ ਜਿਹੜਾ ਉਹਨਾਂ ਨੇ ਕਿਹਾ ਉਹ ਸੀ ਕੰਟਰੈਕਟ ਫਾਰਮਿੰਗ ਦਾ। ਨੋਰਮਲੀ ਕਿਸਾਨਾਂ ਦੇ ਵਿੱਚ ਇਹ ਤੌਖਲਾ ਸੀ, ਡਰ ਸੀ ਕਿ ਜੇ ਕਾਰਪੋਰੇਟ ਘਰਾਣੇ ਖੇਤੀ ਸੈਕਟਰ ਦੇ ਵਿੱਚ ਇੰਟਰ ਹੁੰਦੇ ਨੇ ਤਾਂ ਦੇਰ ਸਵੇਰ ਜਿਹੜੀਆਂ ਸਾਡੀਆਂ ਜ਼ਮੀਨਾਂ ਹੈ ਉਹ ਸਾਡੇ ਕੋਲੋਂ ਖੁੱਸ ਜਾਣਗੀਆਂ, ਉਹਨਾਂ ਦੀ ਮਾਲਕੀ ਹੈ ਜਿਹੜੀ ਉਹ ਕਾਰਪੋਰੇਟੀ ਘਰਾਣਿਆਂ ਦੇ ਨਾਂ ਹੋ ਜਾਏਗੀ, ਜਮ੍ਹਾਂਬੰਦੀਆਂ 'ਚ ਉਹਨਾਂ ਦੇ ਨਾਮ ਹੈ ਜਿਹੜੇ ਬੋਲਣੇ ਸ਼ੁਰੂ ਹੋ ਜਾਣਗੇ। ਤਾਂ ਇਹਦੇ ਵਿੱਚ ਕਿਹਾ ਹੈ ਕਿ ਕੋਈ ਵੀ ਕਾਰਪੋਰੇਟ ਘਰਾਣਾ ਜਾਂ ਕੰਪਨੀ ਹੈ ਉਹ ਕਿਸਾਨ ਦੀ ਜਿਹੜੀ ਜ਼ਮੀਨ ਹੈ, ਲੈਂਡ ਹੋਲਡਿੰਗ ਹੈ, ਉਹਦੇ ਉੱਪਰ ਕਿਸੇ ਕਿਸਮ ਦਾ ਕੋਈ ਲੋਨ ਨਹੀਂ ਲੈ ਸਕੇਗੀ, ਕੋਈ ਮੌਰਟਗੇਜ ਨਹੀਂ ਕਰਾ ਸਕੇਗੀ। ਇਹ ਤਸੱਲੀ ਸੈਂਟਰ ਗੌਰਮੈਂਟ ਨੇ ਦਿੱਤੀ ਹੈ। ਇਹ ਅਮੈਂਡਮੈਂਟ ਕਰਨ ਨੂੰ ਤਿਆਰ ਹੋਈ ਹੈ। ਇੱਕ ਇਹਦੇ ਵਿੱਚ ਹੀ ਅਗਲਾ ਸੀਗਾ ਪੜਾਅ ਜਿਹੜਾ ਉਹ ਸੀਗਾ ਡਿਸਪਿਊਟ ਸੈਟਲਮੈਂਟ ਮੈਕੈਨਿਜ਼ਮ ਦਾ ਇਸ਼ੂ ਸੀਗਾ ਕਿ ਅਗਰ ਕੰਟਰੈਕਟ ਫਾਰਮਿੰਗ ਦੇ ਵਿੱਚ ਕਿਸਾਨਾਂ ਔਰ ਕੰਪਨੀ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਤਾਂ ਉਹਦੇ ਲਈ ਜਿਹੜਾ ਅਧਿਕਾਰਤ ਅਥਾਰਟੀ ਸੀ ਉਹ SDM ਜਾਂ DC ਨੂੰ
ਕੀਤਾ ਗਿਆ ਸੀਗਾ। ਪਰ ਹੁਣ ਇਹਨਾਂ ਨੇ ਇਹ ਗੱਲ ਲਈ ਰਜ਼ਾਮੰਦੀ ਆਪਣੀ ਜ਼ਾਹਰ ਕੀਤੀ ਹੈਗੀ ਹੈ ਕਿ ਅਸੀਂ ਉਸ ਨੂੰ ਅਮੈਂਡਮੈਂਟ ਉਹਦੇ ਵਿੱਚ ਕਰਕੇ ਅਸੀਂ ਕੋਈ ਫਾਰਮਰ ਟ੍ਰਿਬਿਊਨਲ ਬਣਾ ਸਕਦੇ ਹਾਂ, ਜਾਂ ਜਿਹੜਾ ਸਾਡਾ ਦੂਸਰੀ ਨਿਆਇਕ ਪ੍ਰਣਾਲੀ ਹੈਗੀ ਹੈ, ਨਿਆਇਕ ਸਿਸਟਮ ਹੈ ਮੌਜੂਦਾ, ਉਹਦੇ ਵਿੱਚ ਵੀ ਜਿਹੜਾ ਕਿਸਾਨ ਹੈ ਉਹ ਜਾ ਸਕੇਗਾ। ਇਹ ਵੀ ਅਸੀਂ ਜਿਹੜੀ ਖੁੱਲ੍ਹ ਹੈ ਉਹ ਦੇ ਦਿੰਦੇ ਹੈਗੇ ਹਾਂ। ਇੱਕ ਜਿਹੜੀ ਫਰੀ ਮਾਰਕੀਟ ਵਾਲਾ ਕੰਸੈਪਟ ਸੀਗਾ ਕਿ ਟੈਕਸ ਫਰੀ ਕਰ ਦੇਣਾ ਟੋਟਲ ਮਾਰਕੀਟ ਨੂੰ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਕੁਛ ਜਿਹੜੇ ਟੈਕਸਿਸ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਹੋਣਗੀਆਂ ਜਾਂ ਟੈਕਸ ਵਸੂਲ ਕਰਨ ਵਾਲੀ ਗੱਲ ਹੈ ਜਿਹੜੀ, ਉਹਦੇ ਲਈ ਪਾਬੰਦ ਹੋਵਾਂਗੇ, ਉਹ ਵੀ ਅਮੈਂਡਮੈਂਟ ਕਰਨ ਨੂੰ ਤਿਆਰ ਹੋਏ ਨੇ। ਇੱਕ ਗੱਲ ਕਹੀ ਜਾ ਰਹੀ ਸੀ ਰਜਿਸਟ੍ਰੇਸ਼ਨ ਸਿਸਟਮ ਦੀ, ਕਿ ਕੋਈ ਵੀ ਜਿਹੜਾ ਟਰੇਡਰ ਹੈਗਾ, ਕੋਈ ਵੀ ਆਦਮੀ ਜਿਹਦੇ ਕੋਲ ਪੈਨ ਕਾਰਡ ਹੋਏਗਾ, ਉਹ ਆਪਣੀ ਫਸਲਾਂ ਦੀ ਖਰੀਦੋ ਫਰੋਖਤ ਕਰ ਸਕੇਗਾ। ਉਹਦੇ ਵਿੱਚ ਇਹ ਇਹਨਾਂ ਨੇ ਕੀਤਾ ਹੈਗਾ ਆਤਿਸ਼ ਕਿ ਉਹ ਲਾਜ਼ਮੀ ਕਰ ਦਿੱਤਾ ਹੈਗਾ ਕਿ ਰਜਿਸਟ੍ਰੇਸ਼ਨ ਲਾਜ਼ਮੀ ਹੋਏਗੀ, ਜਿਹੜੀ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਮੌਜੂਦਾ ਸਿਸਟਮ। ਇਹ APMC ਲਾਜ਼ ਦੇ ਉਹਨਾਂ ਨੂੰ ਅਮੈਂਡਮੈਂਟ ਕਰਨ ਦੀ ਗੱਲ ਵੀ ਜਿਹੜੀ ਕਹੀ ਗਈ ਹੈ। ਇਸ ਤਰ੍ਹਾਂ ਪਰਾਲੀ ਵਾਲਾ ਇਸ਼ੂ ਸੀ ਕਿ ਉਹਦੇ ਵਿੱਚ ਪਰਾਲੀ ਦੇ ਵਿੱਚ ਕਿ ਕਿਸਾਨਾਂ ਦੇ ਉੱਪਰ ਜੁਰਮਾਨਿਆਂ ਦੀ ਗੱਲ ਸੀ, ਉਹਨਾਂ 'ਤੇ FIR ਦਰਜ ਹੋਣ ਦੀ ਗੱਲ ਸੀ, ਉਹਦੇ ਵਿੱਚ ਵੀ ਉਹ ਮੰਨਣ ਨੂੰ ਤਿਆਰ ਹੋਏ ਹੈ। ਇਸ ਤਰ੍ਹਾਂ ਹੀ ਬਿਜਲੀ ਸੋਧ ਬਿੱਲ ਹੈ, ਉਹਦੇ ਬਾਰੇ ਵੀ ਸੈਂਟਰ ਨੇ ਆਪਣੀ ਪ੍ਰਪੋਜ਼ਲ ਦੇ ਵਿੱਚ ਹਾਮੀ ਭਰੀ ਹੈਗੀ ਹੈ। ਤਾਂ ਇਹ ਕੁਛ ਪ੍ਰਪੋਜ਼ਲ ਸੀਗੀਆਂ ਅੱਜ ਸੈਂਟਰ ਗੌਰਮੈਂਟ ਦੀਆਂ, ਜਿਹੜੀਆਂ ਕਿਸਾਨਾਂ ਦੇ ਅੱਗੇ ਉਹਨਾਂ ਨੇ ਰੱਖੀਆਂ ਗਈਆਂ ਨੇ। ਤਾਂ ਪਹਿਲਾਂ ਇਹ ਜਦੋਂ ਉੱਥੇ ਵਿਚਾਰ ਵਟਾਂਦਰਾ ਕਿਸਾਨਾਂ ਨੇ ਪੁਆਇੰਟ ਟੂ ਪੁਆਇੰਟ ਇਹਦੇ ਉੱਤੇ ਕੀਤਾ, ਉਸ ਤੋਂ ਬਾਅਦ ਆਲ ਇੰਡੀਆ ਲੈਵਲ ਦੀ ਜਿਹੜੀ ਕਮੇਟੀ ਬਣੀ ਸੀ, ਉਸਨੇ ਇਹਦੇ ਉੱਪਰ ਟੋਟਲ ਇਹਦਾ ਮੁਲਾਂਕਣ ਕੀਤਾ, ਵੈਲੂਏਟ ਕੀਤਾ ਟੋਟਲ ਸਾਰੀਆਂ ਮੱਦਾਂ ਨੂੰ ਕਿ ਕੀ ਇਹਦਾ ਹੋ ਸਕਦਾ ਹੈਗਾ। ਤਾਂ ਉਸ ਤੋਂ ਬਾਅਦ ਜਿਹੜੇ ਸਾਡੇ ਅਹਿਮ ਸੂਤਰ ਨੇ, ਉਹਨਾਂ ਨੇ ਸਾਨੂੰ ਇਸ ਗੱਲ ਦਾ ਖੁਲਾਸਾ ਕੀਤਾ ਹੈਗਾ ਕਿ ਸਰਬਸੰਮਤੀ ਨਾਲ ਜਿਹੜੀ ਸੰਯੁਕਤ ਕਿਸਾਨ ਮੋਰਚਾ ਹੈ, ਉਹਨੇ ਸੈਂਟਰ ਗੌਰਮੈਂਟ ਦੀਆਂ ਸਾਰੀਆਂ ਪ੍ਰਪੋਜ਼ਲ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਹੈਗੀਆਂ ਨੇ। ਔਰ ਉਮੀਦ ਹੈ ਕਿ 15-20 ਮਿੰਟ ਬਾਅਦ ਜਿਹੜੀਆਂ ਕਿਸਾਨ ਧਿਰਾਂ ਨੇ ਉਹ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਚੀਜ਼ ਦਾ ਖੁਲਾਸਾ ਵੀ ਕਰਨਗੀਆਂ। ਪਰ ਸਾਡੇ ਸਰੋਤਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੀ ਸੈਂਟਰ ਗੌਰਮੈਂਟ ਦੀ ਭੇਜੀ ਹੋਈ ਪ੍ਰਪੋਜ਼ਲ ਹੈ, ਉਹ ਜਿਸ ਤਰ੍ਹਾਂ ਪਹਿਲਾਂ ਜੈਸ ਨੋ ਵਾਲੀ ਸਥਿਤੀ ਸੀ, ਉਸ ਤਰ੍ਹਾਂ ਦੋ ਟੁਕ ਲਫ਼ਜ਼ਾਂ ਦੇ ਨਾਲ ਟੋਟਲੀ ਉਸ ਨੂੰ ਜਿਹੜਾ ਹੈਗਾ ਰੱਦ ਕਰ ਦਿੱਤਾ ਗਿਆ। ਇਹ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਕਿ ਸੈਂਟਰ ਨੂੰ ਜਿਸ ਤਰ੍ਹਾਂ ਪਹਿਲਾਂ ਵਾਲੀ ਮੀਟਿੰਗ ਦੇ ਵਿੱਚ ਜੈਸ ਨੋ ਵਾਲਾ ਕਹਿਣਾ, ਜਾਂ ਉਹਨਾਂ ਨੂੰ ਕਹਿਣਾ ਕਿ ਆਖਰੀ ਮੀਟਿੰਗ ਹੈ ਸਾਡੀ, ਤਾਂ ਕਿਸਾਨਾਂ ਨੇ ਇੱਕ ਵਾਰੀ ਫੇਰ ਦਿਖਾ ਦਿੱਤਾ ਕਿ ਅਸੀਂ ਤੁਹਾਡੀਆਂ ਜਿਹੜੀਆਂ ਚਾਲਾਂ ਦੇ ਵਿੱਚ ਫਸਣ ਵਾਲੇ ਨਹੀਂ। ਆਤਿਸ਼ ਦੇ ਵਿੱਚ ਇੱਕ ਥੋੜ੍ਹਾ ਜਿਹਾ ਹੋਰ ਇਹ ਵੀ ਗੱਲ ਹੈ ਕਿ ਕਿਸਾਨ ਵੀ ਜਿਹੜੇ ਕਿਸਾਨ ਧਿਰਾਂ ਦੇ ਆਗੂ ਨੇ ਸਾਡੇ, ਉਹ ਵੀ ਕਸੂਤੇ ਫਸੇ ਹੋਏ ਨੇ। ਹੁਣ ਉਹਨਾਂ ਦੀ ਵੀ ਆਪਣੀ ਇੰਡੀਵਿਜੂਅਲੀ ਕੋਈ ਰਾਏ ਹੈ ਜਿਹੜੀ ਉਹ ਨਹੀਂ ਚੱਲਦੀ, ਕਿਉਂਕਿ ਹੁਣ ਹੋਣਾ ਉਹ ਹੈ ਜੋ ਉੱਥੇ ਟਿਕਰੀ ਬਾਰਡਰ 'ਤੇ ਜਾਂ ਸਿੰਘੂ ਬਾਰਡਰ 'ਤੇ, ਕੁੰਡਲੀ ਬਾਰਡਰ 'ਤੇ ਜਿਹੜੇ ਬੈਠੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਹੈ, ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਘੋਲ ਫੈਲਿਆ ਹੈ, ਉਹਨਾਂ ਦੇ ਮਨਾਂ ਦੀ ਜਿਹੜੀ ਤਰਜਮਾਨੀ ਹੈ ਉਹਨਾਂ ਨੂੰ ਕਰਨੀ ਪੈਣੀ ਹੈਗੀ ਹੈ। ਕਿਉਂਕਿ ਇੱਕ ਲੋਕ ਆਵਾਜ਼ ਹੈ ਜਿਹੜੀ ਉਹ ਬਣ ਚੁੱਕੀ ਹੈ ਕਿ ਇਸ ਤੋਂ ਹੇਠਾਂ ਕੋਈ ਸਮਝੌਤਾ ਨਹੀਂ, ਇਹਨਾਂ ਨੂੰ ਤਿੰਨਾਂ ਕਾਨੂੰਨਾਂ ਨੂੰ ਰੱਦ ਕੀਤੇ ਬਿਨਾਂ। ਅਗਰ ਕੋਈ ਕਿਸਾਨ ਧਿਰਾਂ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਬੈਠਦੀਆਂ ਅੱਜ ਕਿ ਸਾਨੂੰ ਇਹਦੇ ਵਿੱਚ ਅਮੈਂਡਮੈਂਟ ਲਈ ਅਸੀਂ ਰਾਜੀ ਹੋ ਜਾਂਦੀਆਂ, ਮਤਲਬ ਕਿਸਾਨ ਇਹ ਗੱਲ ਹੁਣ ਸੁਣਨ ਨੂੰ ਤਿਆਰ ਨਹੀਂ। ਉਹ ਮੈਂਟਲੀ ਇੰਨੇ ਪ੍ਰਪੇਅਰ ਹੋ ਚੁੱਕੇ ਹੈ ਕਿ ਪਹਿਲਾਂ ਇਹਨਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰੋ, ਉਸ ਤੋਂ ਬਾਅਦ ਨੈਕਸਟ ਹੈ ਜਿਹੜੀ ਉਹ ਗੱਲ ਹੋਏਗੀ। ਇਹ ਬੁਰੀ ਤਰ੍ਹਾਂ ਜਿਹੜੇ ਹੈਗੇ ਨੇ ਕਿਸਾਨ ਦੇ ਆਗੂ ਹੈ ਜਿਹੜੇ, ਉਹ ਇਸੇ ਕਰਕੇ ਆਪਾਂ ਸਾਰੀ ਦੇਖਣ ਨੂੰ ਮਿਲ ਰਹੀ ਹੈ ਯੂਨਿਟੀ ਜਿਹੜੀ, ਜੇ ਇੱਕ ਗੱਲ ਤੇ ਪੱਕੇ ਹੋਏ ਹੋਏ ਨੇ, ਰਿਜਿਡ ਹੋਏ ਹੋਏ ਨੇ, ਤਾਂ ਇਹ ਉਹਨਾਂ ਦੀ ਖੁਆਹਿਸ਼ ਵੀ ਹੈਗੀ ਹੈ ਕਿਸਾਨ ਆਗੂਆਂ ਦੀ, ਪਲੱਸ ਇੱਕ ਲੋਕਾਂ ਦਾ ਪ੍ਰੈਸ਼ਰ ਵੀ ਹੈ, ਕਿਸਾਨਾਂ ਦਾ ਪ੍ਰੈਸ਼ਰ ਵੀ ਹੈਗਾ। ਔਰ ਦੂਸਰੀ ਤਰਫ ਜੇ ਆਪਾਂ ਦੇਖੀਏ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਉਹ ਕੱਲ੍ਹ ਤੱਕ ਵੀ ਇਹੀ ਗੱਲ ਦੀ ਉਹਨਾਂ ਨੇ ਰੱਟ ਲਾਈ ਹੋਈ ਹੈ ਕਿ ਜਿਹੜੇ ਖੇਤੀ ਕਾਨੂੰਨ ਹੈ ਉਹ ਬਿਲਕੁਲ ਉਹਨਾਂ ਦੇ ਪਿੱਛੇ ਜਿਹੜੀ ਕਿਸਾਨਾਂ ਦੀ ਵੈਲਫੇਅਰ ਹੈ ਉਹ ਛੁਪੀ ਹੋਈ ਹੈ। ਅਸੀਂ ਜਿਹੜੇ ਪਿਛਲੇ ਸਦੀ ਦੇ ਕਾਨੂੰਨ ਹੈ ਉਹ ਅਸੀਂ ਅਗਲੀ ਸਦੀ ਦੇ ਵਿੱਚ ਜੇ ਲੈ ਕੇ ਜਾਣਾ ਸਾਡੇ ਮੁਲਕ ਨੂੰ, ਤਾਂ ਉਹਨਾਂ ਦੇ ਜ਼ਰੀਏ ਜਾਂ ਉਹਨਾਂ 'ਤੇ ਸਵਾਰ ਹੋ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ। ਪ੍ਰਧਾਨ ਮੰਤਰੀ ਦੇਖੋ ਹਰ ਮਹੀਨੇ ਜਿਹੜੀ ਆਪਣੀ ਮਨ ਦੀ ਬਾਤ ਹੈ ਜਿਹੜੀ ਉਹ ਸਾਡੇ ਦੇਸ਼ ਵਾਸੀਆਂ ਨਾਲ ਸਾਂਝੀ ਕਰਦੇ ਨੇ। ਔਰ ਜਿਸ ਟਾਈਮ ਪਿਛਲੀ UPA ਦੀ ਗੌਰਮੈਂਟ ਸੀ, ਤਾਂ ਉਦੋਂ ਇਹ ਗੱਲ ਬੜੀ ਭਾਜਪਾ ਜ਼ੋਰਦਾਰ ਤਰੀਕੇ ਨਾਲ ਉਠਾਉਂਦੀ ਰਹੀ ਹੈ ਕਿ ਜਿਹੜੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੇ, ਉਹਨਾਂ ਨੂੰ ਮੋਹਨ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ। ਪਰ ਹੁਣ ਸਾਨੂੰ ਜਦੋਂ ਦਾ ਅਸੀਂ ਇਹ ਖੇਤੀ ਕਾਨੂੰਨ ਵਾਲਾ ਇਸ਼ੂ ਦੇਖ ਰਹੇ ਹਾਂ, ਪਿਛਲੇ 70 ਦਿਨਾਂ ਦੀ ਗੱਲ ਕਰੀਏ ਤਾਂ ਸਾਡੇ ਪ੍ਰਧਾਨ ਮੰਤਰੀ ਦੇ ਮੂੰਹ ਦੇ ਵਿੱਚੋਂ ਹਾਲੇ ਤੱਕ ਕਿਸਾਨੀ ਪ੍ਰਤੀ ਜਿਹੜਾ ਹਾਂ ਦਾ ਨਾਅਰਾ ਨਹੀਂ ਵੱਜਿਆ। ਜਿਸ ਤਰੀਕੇ ਨਾਲ ਉਹ ਆਪਣੀ ਗੱਲ ਪੁੱਟ ਕਰ ਰਹੇ ਨੇ ਕਿ ਖੇਤੀ ਕਾਨੂੰਨ ਵਧੀਆ ਨੇ, ਤਾਂ ਘੱਟੋ ਘੱਟ ਉਹ ਕਿਸਾਨਾਂ ਦੇ ਹੱਕ 'ਚ ਜਿਹੜੇ ਉਹ ਬਿਲਕੁਲ ਦਿੱਲੀ ਦੀਆਂ ਦਹਲੀਜ਼ 'ਤੇ ਬੈਠੇ ਨੇ, ਉਹਨਾਂ ਦੇ ਹੱਕ ਦੇ ਵਿੱਚ ਵੀ ਬੋਲ ਸਕਦੇ ਨੇ। ਜ਼ਰੂਰੀ ਨਹੀਂ ਹੁੰਦਾ ਕਿ ਸਾਰੀਆਂ ਗੱਲਾਂ ਕਾਨੂੰਨ ਨਾਲ ਚੱਲੀਆਂ ਜਾਂਦੀਆਂ। ਬਹੁਤ ਸਾਰੇ ਆਗੂ ਜਾਂ ਜਿਹੜੇ ਪੋਲੀਟੀਸ਼ੀਅਨ ਸਿਆਣੇ ਹੁੰਦੇ ਨੇ, ਬਹੁਤੀਆਂ ਚੀਜ਼ਾਂ ਦੇ ਰਾਹ ਹੈ ਜਿਹੜੇ ਉਹ ਸੰਵਾਦ ਦੇ ਜ਼ਰੀਏ ਨਿਕਲ ਜਾਂਦੇ ਨੇ।
ਚੰਗਾ ਹੁੰਦਾ ਇਸ ਤੋਂ ਪਹਿਲਾਂ ਹੀ ਉਹ ਕਾਨੂੰਨ ਬਣਾਉਣ ਤੋਂ ਪਹਿਲਾਂ, ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਇਹਨਾਂ ਕਿਸਾਨਾਂ ਨਾਲ ਗੱਲ ਕਰਦੇ। ਚਲੋ ਜੇ ਇੱਕ ਗਲਤੀ ਹੋ ਗਈ ਹੈ ਤਾਂ ਗਲਤੀ ਨੂੰ ਸੁਧਾਰਿਆ ਵੀ ਜਾ ਸਕਦਾ ਹੈ, ਉਸੇ ਨੂੰ ਸਿਆਣਾ ਮੰਨਿਆ ਜਾਂਦਾ ਕਿ ਜਿਹੜਾ ਗਲਤੀ ਨੂੰ ਇੰਪਰੂਵ ਕਰ ਲੇ। ਪਰ ਜਿਹੜਾ ਗਲਤੀ ਨੂੰ ਕਰਕੇ ਵੀ ਉਸ 'ਤੇ ਮੰਨਣ ਨੂੰ ਤਿਆਰ ਨਾ ਹੋਵੇ ਤਾਂ ਉਸ ਨੂੰ ਸਾਡੇ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਮੂਰਖ ਦਾ ਖਿਤਾਬ ਦੇ ਦਿੱਤਾ ਜਾਂਦਾ ਹੈ। ਤਾਂ ਸਾਡੇ ਪ੍ਰਧਾਨ ਮੰਤਰੀ ਤਾਂ ਕਾਫੀ ਹੱਦ ਤੱਕ ਸਿਆਣੇ ਵੀ ਹੈਗੇ ਨੇ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਅਜੇ ਵੀ ਵੇਲਾ ਹੈਗਾ ਕਿ ਕਿਸਾਨ ਹੈ, ਇੱਕ ਠੰਡ ਦਾ ਮੌਸਮ ਹੈ, ਉੱਥੇ ਬੈਠਣਾ ਠੰਡ ਦੇ ਵਿੱਚ ਬੜਾ ਮੁਸ਼ਕਲ ਹੁੰਦਾ ਹੈ, ਪਰ ਉਹਨਾਂ ਦਾ ਜੋਸ਼ ਜਜ਼ਬਾ ਜਿਹੜਾ ਜਨੂਨ ਹੈ ਉਹਨਾਂ ਨੂੰ ਬੜਾ ਉਹਨਾਂ ਨੇ ਗਰਮੀ ਲਿਆ ਰੱਖੀ ਹੈ। ਤਾਂ ਆਉਣ ਵਾਲੇ ਦਿਨ ਹੈ ਜਿਹੜੇ, ਕਿਉਂਕਿ ਇੱਕ ਹਿਸਟੋਰਿਕ ਘੋਲ ਹੋ ਨਿਬੜਿਆ ਹੈਗਾ, ਆਉਣ ਵਾਲੇ ਦਿਨਾਂ 'ਚ ਕੀ ਡਿਵੈਲਪਮੈਂਟ ਹੁੰਦੀ ਹੈ, ਕਿਸਾਨ ਧਿਰਾਂ ਹੁਣ ਨਵਾਂ ਕੀ ਪੈਂਤੜਾ ਲੈਂਦੀਆਂ ਨੇ, ਇਹ ਕੱਲ੍ਹ ਨੂੰ ਇੱਕ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਪਤਾ ਲੱਗ ਜਾਏਗਾ ਸਾਨੂੰ। ਚਰਨਜੀਤ ਜੀ, ਕੇਂਦਰ ਸਰਕਾਰ ਹੱਲੇ ਵੀ ਜਿਹੜਾ ਹੈਗਾ ਕਿਸਾਨਾਂ ਨੂੰ ਮਨਾਉਣ ਲਈ ਨਵੇਂ ਪੈਂਤੜੇ ਜਿਹੜੇ ਹੈਗੇ ਖੇਡਦੀ ਆ ਰਹੀ ਹੈ। ਜਿਵੇਂ ਕਿ ਤੁਸੀਂ ਦੱਸਿਆ ਵੀ ਕਿ ਉਹਨਾਂ ਨੇ ਇੱਕ ਪ੍ਰਪੋਜ਼ਲ ਰਾਹੀਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨਾਂ ਨੇ ਉਸ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ। ਤੇ ਇਸ ਤੋਂ ਪਹਿਲਾਂ ਤੁਸੀਂ ਜ਼ਿਕਰ ਕਰਕੇ ਹਟੇ ਹੋ ਠੀਕ ਹੈ, ਕੱਲ੍ਹ ਜਿਹੜਾ ਸੀਗਾ ਕੱਲ੍ਹ ਸ਼ਾਮੀ ਅਮਿਤ ਸ਼ਾਹ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਗਈ, ਗੈਰ ਰਸਮੀ ਮੀਟਿੰਗ ਵੀ ਕਿ ਉਸ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਜਿਹੜੀਆਂ ਉੱਠ ਰਹੀਆਂ ਨੇ। ਕੁਝ ਕਿਸਾਨ ਜਥੇਬੰਦੀਆਂ ਇਹ ਵੀ ਕਹਿ ਰਹੀਆਂ ਨੇ ਵੀ ਕਿ ਉਹਦੇ ਵਿੱਚ ਸਾਰੀ ਜਥੇਬੰਦੀਆਂ ਨੂੰ ਨਹੀਂ ਸੱਦਿਆ ਗਿਆ, ਵੀ ਕਿ ਅਜਿਹੀ ਕੀ ਲੋੜ ਪੈ ਗਈ ਸੀ ਵੀ ਕਿ ਅਮਿਤ ਸ਼ਾਹ ਨੂੰ ਇਸ ਤਰ੍ਹਾਂ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਬੁਲਾ ਕੇ ਮੀਟਿੰਗ ਕਰਨ ਦੀ ਲੋੜ ਕੀ ਪਈ। ਇਹਦੇ ਪਿੱਛੇ ਆਤਿਸ਼ ਮੈਨੂੰ ਦੋ ਗੱਲਾਂ ਮੋਟੇ ਤੌਰ ਤੇ ਨਜ਼ਰ ਪੈਂਦੀਆਂ ਨੇ। ਇੱਕ ਤਾਂ ਇਹ ਹੈਗਾ ਕਿ ਕਈ ਦਿਨਾਂ ਤੋਂ ਅਮਿਤ ਸ਼ਾਹ ਦੇ ਜਿਹੜੇ ਆਦਮੀ ਹੈ ਉਹ ਇਸ ਗੱਲ ਦੇ ਵਿੱਚ ਲੱਗੇ ਹੋਏ ਸੀ ਕਿ ਜਿਹੜੀ ਮੇਨ ਮੀਟਿੰਗ ਅੱਜ ਹੋਣੀ ਸੀ, ਜਿਹੜੀ ਰੱਦ ਹੋ ਗਈ ਹੈ, 3 ਮੰਤਰੀਆਂ ਨਾਲ ਹੋਣੀ ਸੀ, ਕਿ ਉਸ ਤੋਂ ਪਹਿਲਾਂ ਇੱਕ ਗੈਰ ਰਸਮੀ ਮੀਟਿੰਗ ਹੈ ਜਿਹੜੀ ਉਹ ਹੋਮ ਮਿਨਿਸਟਰ ਨਾਲ ਕਰਾ ਦਿੱਤੀ ਜਾਵੇ। ਤੇ ਅਲਟੀਮੇਟਲੀ ਕੱਲ੍ਹ ਹੀ ਉਹਨਾਂ ਦਾ ਮੈਨੂੰ ਪਤਾ ਲੱਗਿਆ ਕਿ ਮੈਸੇਜ ਕਿਸਾਨ ਧਿਰਾਂ ਨੂੰ ਆਇਆ, ਤੇ ਕਿਸਾਨ ਧਿਰਾਂ ਜਿਹੜੀਆਂ 32 ਕਿਸਾਨ ਧਿਰਾਂ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਆਪਣੇ ਪੰਜਾਬ ਦੇ ਨੁਮਾਇੰਦੇ 8 ਔਰ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੇ 5 ਨੁਮਾਇੰਦੇ ਲੈ ਕੇ 13 ਮੈਂਬਰੀ ਜਿਹੜਾ ਇੱਕ ਵਫਦ ਸੀ ਉਹ ਅਮਿਤ ਸ਼ਾਹ ਨੂੰ ਮਿਲਣ ਗਿਆ ਸੀਗਾ। ਤਾਂ ਉਹਦੇ ਪਿੱਛੇ ਦੋ ਗੱਲਾਂ ਹੋ ਸਕਦੀਆਂ। ਇੱਕ ਤਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਉਹ ਇੱਕ ਭਰਮ ਭੁਲੇਖੇ ਖੜਾ ਕਰਨਾ ਚਾਹੁੰਦੇ ਸੀ ਕਿ ਜੇ ਕੁਝ ਕਿਸਾਨ ਆਉਣਗੇ ਤਾਂ ਕੁਝ ਨਹੀਂ ਆਉਣਗੇ, ਤਾਂ ਉਹਨਾਂ ਦੇ ਵਿੱਚ ਇੱਕ ਦਫਾੜ ਪਏਗੀ। ਜਿਹੜੀ ਕਿਸਾਨ ਜੇ ਹੁਣ ਤੱਕ ਜਿਹੜੇ ਸਟੈਂਡ ਤੇ ਰਹੇ ਨੇ ਕਿ ਆਪਾਂ ਇਕੱਲੇ ਤੌਰ ਤੇ ਨਹੀਂ ਮਿਲਣਾ, ਤਾਂ ਉਹ ਚਾਹੁੰਦਾ ਸੀ ਕਿ ਉਹਨਾਂ ਦੇ ਜਿਹੜੇ ਕਰੈਕਟਰ ਦੇ ਉੱਪਰ ਕੋਈ ਨਾ ਕੋਈ ਇਸ ਕਿਸਮ ਦਾ ਦਾਗ ਲਾਇਆ ਜਾਵੇ, ਇੱਕ ਸ਼ੱਕ ਖੜਾ ਕੀਤਾ ਜਾਵੇ। ਦੂਸਰਾ, ਉਹਨਾਂ ਨੂੰ ਕਿਤੇ ਕਿਤੇ ਇਹ ਵੀ ਲੱਗਦਾ ਸੀ ਕਿ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਨਰਿੰਦਰ ਤੋਮਰ ਜੀ, ਕਿ ਉਹ ਥੋੜ੍ਹੇ ਨਰਮ ਸੁਭਾਅ ਦੇ ਨੇ। ਉਹਨਾਂ ਨੂੰ ਆਪਣੇ ਆਪ 'ਤੇ ਇੱਕ ਬੜਾ ਕੌਨਫੀਡੈਂਸ ਸੀ ਕਿ ਜੇ ਮੈਂ ਕਿਸਾਨਾਂ ਨਾਲ ਗੱਲ ਕਰਾਂਗਾ ਤਾਂ ਕਿਸਾਨ ਧਿਰਾਂ ਨੂੰ ਮੈਂ ਮਨਾ ਲਵਾਂਗਾ। ਉਹ ਬੜੇ ਕੌਨਫੀਡੈਂਸ ਦੇ ਵਿੱਚ ਇਹ ਸਾਰੀ ਮੀਟਿੰਗ ਉਹਨਾਂ ਨੇ ਕਾਲ ਕੀਤੀ ਸੀਗੀ। ਪਰ ਜਿਸ ਟਾਈਮ ਹੀ ਮੀਟਿੰਗ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਦਾ ਕੌਨਫੀਡੈਂਸ ਲੂਜ਼ ਹੋਣਾ ਇਸ ਕਰਕੇ ਸ਼ੁਰੂ ਹੋ ਗਿਆ ਸੀ ਕਿ ਜਦੋਂ ਕਿਸਾਨ ਧਿਰਾਂ ਨੂੰ ਦੱਸਿਆ ਕਿ ਤੁਹਾਡੀ 7 ਵਜੇ ਮੀਟਿੰਗ ਹੈ ਔਰ ਅਮਿਤ ਸ਼ਾਹ ਦੇ ਰੈਜ਼ੀਡੈਂਸ 'ਤੇ ਹੋ ਰਹੀ ਹੈ, ਤਾਂ ਉਹ ਕਿਸਾਨ ਧਿਰਾਂ ਨੇ ਟੋਟਲੀ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੇ ਕਿ ਜੀ ਅਸੀਂ ਕਾਮਨ ਪਲੇਸ 'ਤੇ ਆਵਾਂਗੇ। ਬਾਅਦ ਜਿਹੜਾ ਉੱਥੇ ਪੂਸਾ ਭਵਨ ਹੈਗਾ ਉੱਥੇ ਉਹ ਮੀਟਿੰਗ ਰੱਖਣੀ ਪਈ। ਤਾਂ ਜਿਹੜੀ ਕੱਲ੍ਹ ਮੀਡੀਆ ਦੇ ਵਿੱਚ ਵੀ ਕਾਫੀ ਆ ਰਿਹਾ ਸੀ ਕਿ 2 ਆਗੂ ਆ ਜਿਹੜੇ ਉਹ ਬਾਈਕਾਟ ਕਰਕੇ ਆ ਗਏ। ਅਸਲ 'ਚ ਉਹਨਾਂ ਦੋਨਾਂ ਆਗੂ ਨੇ, ਬੋਗ ਸਿੰਘ ਮਾਨਸਾ, ਇੱਕ ਰੁਲਦੂ ਸਿੰਘ ਮਾਨਸਾ, ਜਿਹੜੇ ਉਹਨਾਂ ਨੇ ਬਾਈਕਾਟ ਨਹੀਂ ਸੀ ਕੀਤਾ। ਅਸਲ 'ਚ ਕੀ ਹੋਇਆ ਕਿ ਜਿਹੜਾ ਇੱਕ ਕਾਫਲੇ ਦੇ ਵਿੱਚ ਗਏ ਸੀ, ਇਹਨਾਂ ਦੀਆਂ ਕਾਰਾਂ ਕਿਤੇ ਪਿੱਛੇ ਰਹਿ ਗਈਆਂ, ਤਾਂ ਅੱਗੇ ਪੁਲਿਸ ਵਾਲਿਆਂ ਨੇ ਰੋਕ ਲਿਆ ਤੇ ਉਹਨਾਂ ਨੇ ਇਸ ਗੱਲ ਦੀ ਜਿੱਦ ਕੀਤੀ ਕਿ ਤੁਹਾਡਾ ਜਿਹੜਾ ਫਲੈਗ ਲੱਗਿਆ ਯੂਨੀਅਨ ਦਾ ਇਹ ਉਤਾਰੋ ਪਹਿਲਾਂ। ਫਿਰ ਉਸ ਤੋਂ ਬਾਅਦ ਅਮਿਤ ਸ਼ਾਹ ਨੂੰ ਖੁਦ ਜਿਹੜਾ ਫੋਨ ਕਰਨਾ ਪਿਆ ਤੇ ਝੰਡੇ ਸਮੇਤ ਹੈ ਜਿਹੜੇ ਉਹ ਗਏ, ਤੇ ਤਕਰੀਬਨ ਦੱਸਦੇ ਨੇ ਸਰੋਤ ਕਿ 40 ਮਿੰਟ ਅਮਿਤ ਸ਼ਾਹ ਨੂੰ ਉੱਥੇ ਵੇਟ ਕਰਨੀ ਪਈ। ਇੱਕ ਤਾਂ ਇਹ ਤੌਖਲਾ ਜਿਹੜਾ ਕੱਲ੍ਹ ਬਾਈਕਾਟ ਵਾਲਾ ਆਇਆ ਸੀ। ਦੂਸਰਾ ਆਇਆ ਸੀ ਕਿ ਉਗਰਾਹਾਂ ਧੜੇ ਦੇ ਜਿਹੜੇ ਵਾਲਿਆਂ ਦਾ ਉਹਨਾਂ ਨੇ ਆਪਣਾ ਕਲੈਰੀਫਾਈ ਕੀਤਾ ਕਿ ਸਾਨੂੰ ਕੋਈ ਮੀਟਿੰਗ ਦਾ ਸੱਦਾ ਨਹੀਂ ਆਇਆ। ਉਹ ਕਿ ਜਿਹੜੀ 32 ਕਿਸਾਨ ਧਿਰਾਂ ਉਹਨਾਂ ਦਾ ਪੱਖ ਇਹ ਸੀਗਾ ਕਿ ਸਾਨੂੰ ਇਹ ਸੀ ਕਿ ਡਾਇਰੈਕਟ ਕੋਈ ਆ ਗਿਆ ਹੋਏਗਾ, ਸਾਨੂੰ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹਨਾਂ ਨੂੰ ਬੁਲਾਇਆ ਨਹੀਂ ਗਿਆ। ਪਰ ਮੈਨੂੰ ਇਹ ਸਾਰੀ ਗੱਲ ਦੇ ਵਿੱਚੋਂ ਜਿਹੜੀ ਵਡੱਪਨ ਲੱਗਦਾ ਹੈਗਾ, ਸਾਰੀਆਂ ਧਿਰਾਂ ਦਾ ਵਡੱਪਨ ਸਮਝ ਲਓ ਆਪਾਂ, ਇਹਦੇ ਬਾਵਜੂਦ ਕੱਲ੍ਹ ਤੱਕ ਸੈਂਟਰ ਜਿਹੜਾ ਖੁਸ਼ ਹੋ ਰਿਹਾ ਸੀਗਾ ਕਿ ਅਸੀਂ ਕਿਸਾਨ ਧਿਰ ਦੇ ਵਿੱਚ ਇੱਕ ਤਰ੍ਹਾਂ ਦੀ ਸੰਨ ਲਾ ਲਈ ਹੈ। ਪਰ ਅੱਜ ਉਗਰਾਹਾਂ ਧੜੇ ਨੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸ਼ਮੂਲੀਅਤ ਕੀਤੀ ਹੈਗੀ ਹੈ। ਸਾਰੀਆਂ ਧਿਰਾਂ ਨੇ ਅੱਜ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈਗਾ। ਇਹ ਕਿਹਾ ਇੱਕ ਆਗੂ ਨੇ ਕਿ ਠੀਕ ਹੈ, ਕੁਛ ਚੱਲਦੇ ਪਰਿਵਾਰ 'ਚ ਵੀ ਬਖਰੇਵੇਂ ਹੋ ਸਕਦੇ ਨੇ, ਪਰ ਕਿ ਕਿਸਾਨ ਹਿੱਤ ਹੈ ਜਿਹੜੇ ਉਹ ਸਾਡੇ ਲਈ ਅਹਿਮ ਨੇ, ਉਹ ਸਾਡੇ ਲਈ ਪਹਿਲ 'ਤੇ ਨੇ, ਉਹ ਸਾਡੇ ਲਈ ਵੱਡੇ ਨੇ। ਇਸ ਕਰਕੇ ਕੋਈ ਵੀ ਇਸ ਤਰ੍ਹਾਂ ਦੀ ਅਸੀਂ ਗੁਸਤਾਖੀ ਨਹੀਂ ਕਰਾਂਗੇ ਕਿ ਲੋਕਾਂ ਦਾ ਜਿਹੜਾ ਬਣਿਆ ਹੋਇਆ ਭਰੋਸਾ ਹੈ ਕਿ ਉਸ ਨੂੰ ਕੋਈ ਸੱਟ ਵੱਜਦੀ ਹੋਵੇ। ਤਾਂ ਅਮਿਤ ਸ਼ਾਹ ਦੀ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਨੇ ਫਿਰ ਉਹੀ ਆਪਣੀਆਂ ਗੱਲਾਂ ਰੱਖੀਆਂ, ਮਨਾਉਣ ਦੀ ਕੋਸ਼ਿਸ਼ ਕੀਤੀ। ਤਾਂ ਉਸਨੇ ਇੱਕ ਪੁਆਇੰਟ ਰੱਖਿਆ ਕਿ ਜੇ ਜੀ ਇਹ ਖੇਤੀ ਕਾਨੂੰਨ ਆ ਜਿਹੜੇ ਬੜੇ ਅੱਛੇ ਨੇ, ਤਾਂ ਇਹਨਾਂ ਨੂੰ ਕਿਸਾਨਾਂ ਨੂੰ ਕਿਹੜਾ ਨੁਕਸਾਨ ਹੋਣ ਵਾਲਾ ਹੈ।
ਤਾਂ ਕੁਝ ਕਿਸਾਨ ਆਗੂਆਂ ਨੇ ਉਹਨਾਂ ਨੂੰ ਇਹ ਗੱਲ ਰੱਖੀ ਕਿ ਜੇ ਤੁਸੀਂ ਖੇਤੀ ਕਾਨੂੰਨ ਵਾਪਸ ਲੈ ਲੈਂਦੇ ਹੋ ਤਾਂ ਇਹਦੇ ਨਾਲ ਮੁਲਕ ਨੂੰ ਕੀ ਨੁਕਸਾਨ ਹੋਏਗਾ। ਤਾਂ ਦੱਸਦੇ ਨੇ ਕਿ ਉਸ ਤੋਂ ਬਾਅਦ ਅਮਿਤ ਸ਼ਾਹ ਜਿਹੜੇ ਹੈਗੇ ਨੇ ਉਹ ਨਿਰੁੱਤਰ ਹੋ ਗਏ ਨੇ। ਬਾਰੀ ਉਹੀ ਡਿਸਕਸ਼ਨ ਕਰਨ ਦੀ ਗੱਲ ਕਹਿੰਦੇ ਸੀ, ਪਰ ਇਹਨੇ ਦੋ ਟੁਕ ਲਫ਼ਜ਼ਾਂ ਦੇ ਵਿੱਚ ਉਹੀ ਗੱਲ ਕੀਤੀ ਕਿ ਯੈਸ ਔਰ ਨੋ ਵਾਲੀ। ਤਾਂ ਉਹਦੇ ਵਿੱਚ ਅਮਿਤ ਸ਼ਾਹ ਦਾ ਕਿਤੇ ਨਾ ਕਿਤੇ ਜਿਹੜਾ ਹੌਸਲਾ ਹੈ ਉਹ ਜ਼ਰੂਰ ਪਸਤ ਹੋਇਆ ਹੋਏਗਾ। ਤਾਂ ਉਹਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਕਿ ਅਸੀਂ ਕੱਲ੍ਹ ਨੂੰ ਤੁਹਾਨੂੰ ਜਿਹੜੀ ਪ੍ਰਪੋਜ਼ਲ ਹੈ ਭੇਜ ਦੇਵਾਂਗੇ। ਅਮਿਤ ਸ਼ਾਹ ਬਸ ਇਸੇ ਗੱਲ ਦੇ ਵਿੱਚ ਸੀ, ਉਹਨਾਂ ਨੂੰ ਲੱਗਦਾ ਸੀਗਾ ਕਿ ਅਗਰ ਮੈਂ ਮੀਟਿੰਗ ਕਰਾਂਗਾ ਤਾਂ ਕਿਸਾਨ ਧਿਰਾਂ ਨੂੰ ਜਾਂ ਕਿਸਾਨ ਆਗੂਆਂ ਨੂੰ ਮੈਂ ਉਹਦੇ ਲਈ ਮਨਾ ਲਵਾਂਗਾ, ਜਿਹਦੇ ਵਿੱਚ ਉਹ ਫੇਲ ਰਿਹਾ ਹੈਗਾ। ਪਰ ਇਹ ਟੋਟਲ ਐਪੀਸੋਡ ਦੇ ਵਿੱਚ ਕੌਣ ਪਾਸ ਹੁੰਦਾ ਹੈ, ਕੌਣ ਫੇਲ ਹੁੰਦਾ ਹੈ, ਕਿਸਾਨ ਅੰਦੋਲਨ ਦਾ ਭਵਿੱਖ ਕੀ ਹੁੰਦਾ ਹੈ, ਇਹ ਵੱਖਰੀ ਗੱਲ ਹੈ। ਪਰ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਫਾਇਦਾ ਹੋਇਆ ਹੈ ਟੋਟਲ ਅੰਦੋਲਨ ਦੇ ਵਿੱਚੋਂ, ਉਹਦੇ ਵਿੱਚ ਕਿਸਾਨ ਫੋਕਸ ਦੇ ਵਿੱਚ ਆਇਆ ਹੈ। ਕਿਉਂਕਿ ਆਦਿਸ਼ ਪਿਛਲੇ ਟਾਈਮ ਦੇ ਵਿੱਚੋਂ ਨਾ ਜਦੋਂ ਤੋਂ ਵਿਸ਼ਵੀਕਰਨ ਦਾ ਦੌਰ ਸ਼ੁਰੂ ਹੋਇਆ ਸੀ, ਜਿਹੜਾ ਕਿਸਾਨ ਹੈ ਜਾਂ ਪਿੰਡ ਹੈ, ਪਿੰਡ ਦੀ ਇਕਾਈ ਹੈਗੀ ਹੈ, ਉਹ ਹਾਸ਼ੀਏ ਤੇ ਚਲਾ ਗਿਆ ਸੀਗਾ। ਪਿੰਡ ਗਾਇਬ ਹੋਣਾ ਸ਼ੁਰੂ ਹੋ ਗਿਆ ਸੀਗਾ। ਕਿਸਾਨ ਨੂੰ ਨਾਰਮਲੀ ਇਹ ਸਮਝਿਆ ਜਾਂਦਾ ਸੀ ਕਿ ਤੇ ਅਨਪੜ੍ਹ ਗਵਾਰ ਕਿਸਮ ਦਾ ਆਦਮੀ ਹੁੰਦੇ ਨੇ, ਪਰ ਇਹਨਾਂ ਲੋਕਾਂ ਨੇ ਜ਼ਿੰਦਗੀ ਦੇ ਅਮਲ ਦੇ ਵਿੱਚੋਂ ਬਹੁਤ ਸਾਰਾ ਗਿਆਨ ਹਾਸਲ ਕੀਤਾ ਹੋਇਆ ਹੈ। ਬਹੁਤ ਸਾਰੇ ਕਿਸਾਨ ਆਗੂ ਆ ਜਿਹੜੇ ਉਹ 5-5 ਜਮਾਤਾਂ ਪਾਸ ਨੇ, ਪਰ ਉਹਨਾਂ ਕੋਲ ਜ਼ਿੰਦਗੀ ਦੀਆਂ ਹਕੀਕਤ ਜਾਂ ਤਜਰਬੇ ਹੈ, ਉਹਨਾਂ ਦਾ ਗਿਆਨ ਜਿਹੜਾ ਮੌਖਿਕ ਗਿਆਨ ਹੈ ਉਹ ਬਹੁਤ ਜ਼ਿਆਦਾ ਹੈ। ਉਹਨਾਂ ਨੇ ਜਿਹੜੀ ਮੇਜ਼ ਦੀ ਗੱਲਬਾਤ, ਜਿਵੇਂ ਇਹ ਸਾਰੀਆਂ ਧਿਰਾਂ ਦੇ ਆਗੂ ਆ ਜਿਹੜੇ 32 ਦੇ 32, ਤਾਂਹੀਓ ਇਹ ਹਿੱਕ ਠੋਕ ਕੇ ਇਹ ਗੱਲ ਕਹਿੰਦੇ ਨੇ ਕਿ ਕਿਸਾਨ ਘੋਲ ਦੇ ਵਿੱਚ ਕਿਸਾਨ ਨਾ ਸਾਡੀ ਪਿੱਠ ਲੱਗਣ ਦੇਣ, ਔਰ ਮੇਜ਼ ਤੇ ਗੱਲਬਾਤ ਦੇ ਵਿੱਚ ਅਸੀਂ ਨਹੀਂ ਪਿੱਠ ਲੱਗਣ ਦੇਵਾਂਗੇ। ਤਾਂ ਇਸ ਘੋਲ ਦੇ ਵਿੱਚੋਂ ਜਿੱਥੇ ਸਾਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਚੱਲ ਰਹੀ ਹੈ, ਉੱਥੇ ਸਾਨੂੰ ਸਮਾਜਿਕ ਤੌਰ 'ਤੇ ਜਾਂ ਕਲਚਰਲੀ ਸਾਡੀ ਸੁਸਾਇਟੀ ਨੂੰ, ਸਾਡੇ ਪੰਜਾਬ ਨੂੰ ਬਹੁਤ ਵੱਡਾ ਐਡਵਾਂਟੇਜ ਹੋਇਆ। ਤੁਸੀਂ ਦੇਖਦੇ ਰਹੇ ਹੋ, ਆਪਾਂ ਪਿਛਲੇ ਦੌਰ ਦੇ ਵਿੱਚ ਜਦੋਂ ਦਾ ਪੱਛਮੀਕਰਨ ਦਾ ਬੋਲਬਾਲਾ ਵਧਿਆ ਹੈਗਾ ਕਿ ਨਾਰਮਲੀ ਸਾਡਾ ਜਿਹੜਾ ਯੂਥ ਹੈ ਪੰਜਾਬ ਦਾ, ਸਾਰਾ ਵੈਸੇ ਪੰਜਾਬ ਦਾ ਜ਼ਿਆਦਾ, ਕਿਉਂਕਿ ਅਸੀਂ ਜ਼ਿਆਦਾ ਦਿਖਾਵੇਬਾਜ਼ੀ ਦੇ ਵਿੱਚ ਭਰੋਸਾ ਕਰਨ ਲੱਗੇ। ਸਾਡਾ ਯੂਥ ਹੈ, ਨਵੀਂ ਪੀੜ੍ਹੀ ਹੈ, ਉਹਨਾਂ ਨੂੰ ਲੱਗਦਾ ਸੀ ਕਿ ਜਿਹੜੇ ਸਾਡੇ ਹੀਰੋ ਹੈ ਉਹ ਵਾਲਾਂ ਨੂੰ ਜੈਲ ਲਾ ਕੇ, ਕੰਨਾਂ 'ਚ ਮੁੰਦੀਆਂ ਪਾ ਕੇ, ਇਹ ਸਾਡੇ ਹੀਰੋ ਨੇ। ਪਰ ਉਹ ਜਵਾਨੀ ਨੂੰ ਹੁਣ ਕਿਸਾਨ ਘੋਲ ਤੋਂ ਪਤਾ ਲੱਗਿਆ ਕਿ ਜਿਹੜੇ ਸਾਡੇ ਅਸਲ ਹੀਰੋ ਨੇ ਉਹ ਆ ਬੈਠੇ ਨੇ। ਕਿਸਾਨ ਹੈ ਜਿਹੜਾ ਉਹ ਫੋਕਸ ਹੋਇਆ, ਪਿੰਡ ਹੈ ਜਿਹੜਾ ਉਹ ਆਧਾਰ ਬਣਿਆ। ਇਹ ਵੀ ਇੱਕ ਪਲੱਸ ਪੁਆਇੰਟ ਸਾਡੇ ਸਾਹਮਣੇ ਹੈ। ਜੀ ਚਰਨਜੀਤ ਜੀ, ਹੁਣ ਕਿਸਾਨ ਧਿਰਾਂ ਨੇ ਜਿਹੜਾ ਹੈਗਾ ਕੇਂਦਰੀ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ ਹੈ। ਹੁਣ ਜੇ ਗੱਲ ਕਰੀਏ ਤਾਂ ਭਵਿੱਖ ਦੇ ਵਿੱਚ ਕਿਸਾਨੀ ਸੰਘਰਸ਼ ਦੀ ਕੀ ਰਣਨੀਤੀ ਹੋਏਗੀ, ਕਿਸ ਤਰ੍ਹਾਂ ਰੂਪ ਧਾਰਨ ਕਰੇਗਾ? ਵੈਸੇ ਤਾਂ ਇਹਦੇ ਵਿੱਚ ਇਹ ਹੈਗਾ ਕਿ ਕੱਲ੍ਹ ਨੂੰ ਕਿਸਾਨ ਧਿਰਾਂ ਦੀ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਜਿਹੜੀ ਅਗਲੀ ਰਣਨੀਤੀ ਬਣਾਉਣੀ ਹੈ, ਕਿਸ ਤਰ੍ਹਾਂ ਦਾ ਪੈਂਤੜਾ ਲੈਣਾ ਹੈ, ਸੈਂਟਰ ਕਿਸ ਤਰ੍ਹਾਂ ਇਸ ਗੱਲ ਤੇ ਹੁਣ ਰਿਐਕਟ ਕਰੇਗਾ। ਜਿਹੜੀ ਅੱਜ ਪ੍ਰਪੋਜ਼ਲ ਰੱਦ ਕੀਤੀ ਹੈ ਨਾ, ਹੁਣ ਸੈਂਟਰ ਕੀ ਅੱਗੇ ਰਿਐਕਟ ਕਰਦਾ ਇਸ ਗੱਲ ਤੇ, ਉਹ ਤੇ ਵੀ ਕਾਫੀ ਹੱਦ ਤੱਕ ਡਿਪੈਂਡ ਹੋਏਗਾ। ਉਸ ਤਰ੍ਹਾਂ ਹੀ ਫਿਰ ਜਿਹੜਾ ਕਿਸਾਨ ਧਿਰਾਂ ਪੈਂਤੜਾ ਅਖਤਿਆਰ ਕਰਨਗੀਆਂ। ਪਰ ਸਾਨੂੰ ਪਤਾ ਲੱਗਿਆ ਕਿ ਕੱਲ੍ਹ ਕਿਸਾਨ ਧਿਰਾਂ ਦੀ ਅਹਿਮ ਮੀਟਿੰਗ ਉੱਥੇ ਦਿੱਲੀ ਬਾਰਡਰ 'ਤੇ ਹੋਣੀ ਹੈ, ਜਿਹਦੇ ਵਿੱਚ ਤੈਅ ਕੀਤਾ ਜਾਏਗਾ ਕਿ ਆਉਣ ਵਾਲੇ ਜਿਹੜੇ ਘੋਲ ਦੀ ਭਵਿੱਖ 'ਚ ਕਿਸ ਕਿਸਮ ਦਾ ਸੰਘਰਸ਼ ਹੋਏਗਾ, ਉਹਦੀ ਰਣਨੀਤੀ ਜਿਹੜੀ ਘੜੀ ਜਾਣੀ ਹੈਗੀ ਹੈ। ਪਰ ਜਿਸ ਤਰ੍ਹਾਂ ਕੱਲ੍ਹ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜਾ ਵੀ ਹੈਗਾ, ਤਾਂ ਬਹੁਤ ਸਾਰੀਆਂ ਧਿਰਾਂ ਨੇ ਪਹਿਲਾਂ ਹੀ ਇਸ ਗੱਲ ਦੀ ਤਿਆਰੀ ਕਰ ਰੱਖੀ ਹੈ ਕਿ ਬਹੁਤ ਸਾਰੇ ਬੁੱਧੀਜੀਵੀਆਂ ਨੂੰ, ਇੰਟੈਲੈਕਚੁਅਲ ਨੂੰ, ਲੇਖਕਾਂ ਨੂੰ, ਸਾਹਿਤਕਾਰਾਂ ਨੂੰ ਉੱਥੇ ਬੁਲਾਇਆ ਜਾਏਗਾ ਕਿ ਕੱਲ੍ਹ ਪੂਰਾ ਦਿਨ ਜਿਹੜਾ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਹੋਏਗਾ। ਅਤੇ ਸਾਡੇ ਵੀ ਜਿਹੜੇ ਉੱਥੇ ਹਿਊਮਨਿਟੀ ਇੰਨੀ ਬੈਠੀ ਹੈ, ਕਿਸਾਨ ਬੈਠੀ ਹੈ, ਉਹਨਾਂ ਦੇ ਵੀ ਹੱਕ ਹੈ, ਜਿਵੇਂ ਰਾਈਟ ਟੂ ਸਪੀਕ ਦਾ ਹੈ ਸਾਡੇ ਕੋਲ, ਉਹ ਵੀ ਉਸ 'ਤੇ ਵੀ ਉਂਗਲ ਉੱਠੀ ਹੈ ਪਿਛਲੇ ਟਾਈਮ 'ਚ, ਉਸ ਨੂੰ ਵੀ ਢਾਲ ਲੱਗੀ ਹੈ। ਕੱਲ੍ਹ ਦਾ ਦਿਨ ਹੈ ਜਿਹੜਾ ਉਸ ਨੂੰ ਸਮਰਪਿਤ ਹੋਏਗਾ। ਆਉਣ ਵਾਲੇ ਦਿਨਾਂ 'ਚ ਹੋਰ ਰਣਨੀਤੀ ਬਣੇਗੀ, ਕਿਉਂਕਿ ਅੱਜ ਇੱਕ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੋਈ ਹੈ ਪੰਜਾਬ ਦੇ ਕੁਝ ਸ਼ਹਿਰਾਂ ਤੋਂ, ਜਿੱਥੋਂ ਮੈਨੂੰ ਖਾਸ ਕਰਕੇ ਮੌੜ ਮੰਡੀ ਤੋਂ ਪਤਾ ਲੱਗਿਆ ਕਿ ਜਿਹੜਾ ਆੜਤੀਆ ਭਾਈਚਾਰਾ ਹੈ ਉਹ ਵੀ ਬੱਸਾਂ ਕਰਾ ਕੇ ਹੁਣ ਚੰਡੀਗੜ੍ਹ ਪਹੁੰਚਣ ਲੱਗਿਆ। ਆਤਿਸ਼ ਪਿਛਲੇ ਦਿਨਾਂ 'ਚ ਅਸੀਂ ਨੋਟਿਸ ਕੀਤਾ, ਜਿਸ ਤਰ੍ਹਾਂ ਹੁਣ ਕੱਲ੍ਹ ਭਾਰਤ ਬੰਦ ਹੋਇਆ, ਉਸ ਤੋਂ ਪਹਿਲਾਂ ਵੀ ਇੱਕ ਦਿਨ ਦਾ ਬੰਦ ਦਾ ਕੀਤਾ ਗਿਆ ਸੀ, ਜਾਂ ਟੋਲ ਪਲਾਜ਼ਿਆਂ 'ਤੇ ਲੋਕ ਬੈਠੇ ਸੀ 2 ਦਿਨ, ਮਹੀਨਾ ਪਹਿਲਾਂ ਸੰਘਰਸ਼ ਉੱਥੇ ਚੱਲਿਆ। ਤਾਂ ਉਹਦੇ ਵਿੱਚ ਹਰ ਤਬਕਾ ਸਿੰਬੋਲਿਕਲੀ ਨਾਲ ਤਾਂ ਸੀ ਕਿਸਾਨੀ ਘੋਲ ਦੇ, ਪਰ ਖੁੱਲ੍ਹ ਕੇ ਵਿੱਚ ਨਹੀਂ ਸੀ ਆ ਰਿਹਾ, ਕਿਉਂਕਿ ਕਾਰੋਬਾਰੀ ਲੋਕ ਨੇ, ਉਹ ਲੋਕ ਆਉਂਦੇ ਨਹੀਂ ਸੀ। ਤਾਂ ਪੰਜਾਬ ਦੇ ਆੜ੍ਹਤੀਆਂ ਨੇ ਹੁਣ 7 ਤਰੀਕ ਤੋਂ ਲੈ ਕੇ 9 ਤਰੀਕ ਤੱਕ ਸਾਰੀਆਂ ਮੰਡੀਆਂ ਬੰਦ ਕੀਤੀਆਂ ਹੋਈਆਂ, ਪਰ ਹੁਣ ਆੜ੍ਹਤੀ ਆ ਜਿਹੜਾ ਉਹ ਦਿੱਲੀ ਵੀ ਪਹੁੰਚ ਰਿਹਾ। ਤਾਂ ਮੈਨੂੰ ਇਹ ਲੱਗਦਾ ਕਿ ਜਿਹੜੇ ਤਬਕੇ ਜਿਸ ਤਰ੍ਹਾਂ ਭਾਰਤ ਬੰਦ ਲਈ ਆਪ ਮੁਹਾਰੇ
ਪੰਜਾਬ ਦੇ ਵਿੱਚ ਲੋਕਾਂ ਨੇ ਦੁਕਾਨਾਂ ਬੰਦ ਕੀਤੀਆਂ, ਆਪਣੇ ਖੋਖੇ ਵੀ ਬੰਦ ਕੀਤੇ ਬਿਨਾਂ ਕਿਤੇ ਕਿਸੇ ਦੇ ਕਹੇ ਤੋਂ। ਤਾਂ ਮੈਨੂੰ ਇਹ ਲੱਗਦਾ ਕਿ ਹੁਣ ਪੰਜਾਬ ਦਾ ਹਰ ਤਬਕਾ ਉੱਠ ਕੇ ਇਸ ਤੋਂ ਬਾਅਦ ਉਹ ਦਿੱਲੀ ਦੇ ਰਾਹ ਪਏਗਾ। ਇਹ ਇੱਕ ਚੰਗਾ ਸੰਕੇਤ ਵੀ ਹੈ। ਸੰਤ ਸਮਾਜ ਦੇ ਲੋਕ ਹੈ ਜਿਹੜੇ, ਉਹ ਵੀ ਅੱਜ ਉੱਥੇ ਪਹੁੰਚ ਗਏ ਨੇ। ਇਸ ਤਰ੍ਹਾਂ ਤਖਤ ਦੇ ਜਿਹੜੇ ਜਥੇਦਾਰ ਨੇ ਸਾਡੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਵੀ ਇਸ ਗੱਲ ਨੂੰ ਨਵੇਂ ਸਿਰੇ ਤੋਂ ਅਪੀਲ ਕੀਤੀ ਹੈ ਕੇਂਦਰ ਨੂੰ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਅਤੇ ਪ੍ਰਧਾਨ ਮੰਤਰੀ ਨੇ ਵੀ ਕੱਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ। ਤਾਂ ਕਿਸਾਨ ਹੁਣ ਉਡੀਕ ਰਹੇ ਨੇ ਕਿ ਸਾਨੂੰ ਜਿਹੜਾ ਸੈਂਟਰ ਗੌਰਮੈਂਟ ਕਦੋਂ ਕੋਈ ਨਵੀਂ ਖੁਸ਼ਖਬਰੀ ਸੁਣਾਉਂਦਾ ਹੈ। ਜੇ ਖੁਸ਼ਖਬਰੀ ਨਹੀਂ ਸੁਣਾਏਗਾ ਤਾਂ ਕਿਸਾਨ ਹੈ ਉਹ ਇਹ ਤਹਈਆ ਕਰਕੇ ਬੈਠੇ ਨੇ, ਇਹ ਮੰਨ ਕੇ ਬੈਠੇ ਨੇ, ਪਰਨ ਕਰਕੇ ਬੈਠੇ ਨੇ ਕਿ ਜਿੰਨਾ ਮਰਜ਼ੀ ਲੰਬਾ ਘੋਲ ਹੈ ਜਿਹੜਾ ਚੱਲੇ, ਪਰ ਅਸੀਂ ਆਪਣੇ ਹੱਕ ਲੈ ਕੇ ਵਾਪਸ ਫੇਰ ਹੀ ਦਿੱਲੀ ਤੋਂ ਪੰਜਾਬ ਪਰਤਾਂਗੇ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਵੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਨਵੇਂ ਪੈਂਤੜੇ ਖੇਡੇ ਜਾ ਰਹੇ ਨੇ, ਪਰ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਇੱਕ ਵਾਰ ਫੇਰ ਜਿਹੜਾ ਹੈਗਾ ਕੇਂਦਰ ਸਰਕਾਰ ਦੀ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ। ਹੁਣ ਇਸ ਪ੍ਰਪੋਜ਼ਲ ਨੂੰ ਰੱਦ ਕਰਨ ਤੋਂ ਬਾਅਦ ਕੇਂਦਰ ਸਰਕਾਰ ਦਾ ਕੀ ਰਵੱਈਆ ਰਹਿੰਦਾ, ਤੇ ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਹ ਕੱਲ੍ਹ ਨੂੰ ਹੀ ਪਤਾ ਲੱਗੇਗਾ ਕੀ ਰਣਨੀਤੀ ਹੋਵੇਗੀ। ਕੱਲ੍ਹ ਨੂੰ ਨਵੇਂ ਵਿਸ਼ੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।